Welcome back to all my viewers on my YouTube channel. Today we are discussing about the second part of the resource and development class 10th SST. In this session we are discussing about the short question answers. Without wasting your time, we have starting the session. ਅੱਜ ਦਾ ਸੈਸ਼ਨ ਜਿਹੜਾ ਵਾ ਸ਼ਾਰਟ ਕੁਐਸਚਨ ਆਨਸਰਸ ਦੇ ਉੱਤੇ ਬੇਸਡ ਹੈ ਜਿਹਦੇ ਵਿੱਚ ਅਸੀਂ ਸ਼ਾਰਟ ਕੁਐਸਚਨ ਆਨਸਰਸ ਨੂੰ ਡਿਸਕਸ ਕਰਾਂਗੇ। देखो फर्स्ट क्वेश्चन है कि नेम ऑफ द 3 स्टेट हैविंग द ब्लैक सॉइल एंड द नेम ऑफ द क्रॉप्स विच आर द ਮੇਨਲੀ ग्रोन देयर। ਕਹਿੰਦੇ ਵੀ ਕੋਈ 3 ਸਟੇਟਸ ਦੇ ਨਾਮ ਦੱਸਣਾ ਜਿਹਦੇ ਵਿੱਚ ਕੀ ਆ ਬਲੈਕ ਸੋਇਲਸ ਹੁੰਦੀਆਂ ਨੇ ਤੇ ਉਹਨਾਂ ਵਿੱਚ ਜਿਹੜੀਆਂ ਮੇਨ ਕ੍ਰੌਪਸ ਉੱਗਦੀਆਂ ਨੇ ਉਹਦੇ ਬਾਰੇ ਦੱਸਿਆ ਜਾਣਾ ਹੈ। ਆਨਸਰ ਹੈ ਜੀ ਸਟੇਟਸ ਵਿਦ ਦੀਆਂ ਬਲੈਕ ਸੋਇਲਸ ਆਰ ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼। ਕ੍ਰੌਪਸ ਆਰ ਗਰੋਨ ਕੀ ਆ ਕਾਟਨ। ਤੇ ਜਿਹੜੇ 3 ਸਟੇਟਸ ਨੇ ਜ਼ਿਆਦਾਤਰ ਜਿਨ੍ਹਾਂ ਵਿੱਚ ਬਲੈਕ ਸੋਇਲਸ ਮਿਲਦੀ ਆ ਤੇ ਇੱਥੇ ਕੀ ਆ ਕਾਟਨ ਸਭ ਤੋਂ ਜ਼ਿਆਦਾ ਉਗਾਈ ਜਾਂਦੀ ਹੈ। What are the types of the soil found into the river deltas of the eastern coasts? Give the 3 main features of this types of soil। ਤੁਸੀਂ ਦੱਸਣਾ ਵੀ ਇਹ ਕਿਹੜੀ ਸੋਇਲ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਰਿਵਰ ਦੇ ਡੈਲਟੇ ਤੋਂ ਮਿਲਦੀਆਂ ਨੇ ਈਸਟਰਨ ਕੋਸਟ ਦੇ ਵਿੱਚ ਤੇ ਉਹਦੇ ਕੋਈ 3 ਫੀਚਰ ਦੱਸਣੇ। ਦੇਖੋ ਜੀ the soil was found into the river delta is alluvial soil। the main feature of the alluvial soil is the alluvial soils are very fertile। Due to their high fertilities, these soils are to their extensively cultivated। These soils are rich in their potash, phosphorus, acids and lime। ਕਹਿੰਦੇ ਐਲੂਵਲ ਸੋਇਲ ਜਿਹੜੀ ਤੇ ਬਹੁਤ ਜ਼ਿਆਦਾ ਉਪਜਾਊ ਹੁੰਦੀ ਹੈ। ਇਹ ਹਾਈ ਉਪਜਾਊ ਜੀ ਕਰਕੇ ਇਹਦੇ ਵਿੱਚ ਕਾਫੀ ਜ਼ਿਆਦਾ ਵਧੀਆ ਖੇਤੀ ਕੀਤੀ ਜਾ ਸਕਦੀ ਹੈ ਤੇ ਇਹਦੇ ਵਿੱਚ ਪੋਟਾਸ਼, ਫਾਸਫੋਰਸ, ਐਸਿਡਸ ਇਹ ਸਾਰੇ ਵਧੀਆ ਕੁਆਂਟਿਟੀ ਦੇ ਵਿੱਚ ਹੁੰਦੇ ਆ। What are the steps has been taken to control the erosions in the hilly areas? ਪਹਾੜੀ ਏਰੀਆ ਦੇ ਵਿੱਚ ਮਿੱਟੀ ਦੇ ਖੁਰਨ ਨੂੰ ਕਿਵੇਂ ਰੋਕਿਆ ਜਾ ਸਕਦਾ ਉਹਦੇ ਸਟੈਪ ਦੱਸਣੇ। ਆਨਸਰ ਦੀ ਸਟੈਪ ਆਫ ਦੀ ਕੰਟਰੋਲ ਟੂ ਦੀ soil erosion in the hilly areas is that contours of the pluggings in on the slopes, terraced cultivator restricted erosions, strip cropping check the soil erosions, planting the tree in the form of the shelter belt। ਕਹਿੰਦੇ ਵੀ ਸਾਨੂੰ ਕੀ ਆ ਪੌੜੀਨੁਮਾ ਖੇਤੀ ਕਰਨੀ ਚਾਹੀਦੀ ਹੈ, ਟੈਰਿਸ ਦੇ ਜਿਹੜਾ ਕਲਟੀਵੇਟ ਕਰਨਾ ਚਾਹੀਦਾ ਤਾਂ ਜੋ ਕੀ ਆ ਵੀ ਉੱਥੋਂ ਮਿੱਟੀ ਰੋਕੀ ਜਾ ਸਕੇ। ਸਟ੍ਰਿਪ ਕ੍ਰੌਪਿੰਗਸ ਜਿਹੜੀਆਂ ਨੇ ਉਹ ਲਗਾਉਣੀਆਂ ਚਾਹੀਦੀਆਂ ਨੇ ਤੇ ਪਲਾਂਟਸ ਜਿਹੜੇ ਨੇ ਉਹ ਫਿਲਟ ਕਰਨੇ ਚਾਹੀਦੇ ਆ ਸ਼ੈਲਟਰ ਦੇ ਤੌਰ 'ਤੇ। ਫੋਰਥ ਕੁਐਸਚਨ ਹੈ ਵਟ ਆਰ ਦੀ ਬਾਇਓਟਿਕ ਅਤੇ ਐਬੋਟਿਕ ਰਿਸੋਰਸ ਗਿਵ ਦੀ ਸਮ ਐਗਜ਼ਾਮਪਲ। ਬਾਇਓਟਿਕ ਅਤੇ ਐਬੋਟਿਕ ਰਿਸੋਰਸ ਕਿਹੜੇ ਹੁੰਦੇ ਆ? ਲਾਸਟ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੀ ਇੰਟਰੋ ਪੜ੍ਹੀ ਸੀ। ਅਤੇ ਬਾਇਓਟਿਕ ਰਿਸੋਰਸ ਕਿਹੜੇ ਹੁੰਦੇ ਆ? ਉਹ ਲਿਵਿੰਗ ਆਰਗੈਨਿਜ਼ਮ ਹੁੰਦੇ ਆ। ਅਤੇ ਐਬੋਟਿਕ ਰਿਸੋਰਸ ਕਿਹੜੇ ਹੁੰਦੇ ਆ? ਜਿਹੜੇ ਕਿ ਨੋਨ ਲਿਵਿੰਗ ਰਿਸੋਰਸਿਸ ਹੁੰਦੇ। ਦੇਖੋ ਐਗਜ਼ਾਮਪਲ ਦੇਖਦੇ ਹਾਂ ਬਾਇਓਟਿਕ ਰਿਸੋਰਸ ਦੀਆਂ। ਲਿਵਿੰਗ ਰਿਸੋਰਸਿਸ ਆਰ ਕਾਲਡ ਟੂ ਦੀਆਂ ਬਾਇਓਟਿਕ ਰਿਸੋਰਸ। These are to the obtaining from the biosphere such as to the as a flora, fauna, fisheries and livestock etc। ਇਹਦੇ ਵਿੱਚ ਕੀ ਆਉਂਦਾ ਸਾਨੂੰ ਬਾਇਓਸਫੀਅਰ ਯਾਨੀ ਕਿ ਪਾਣੀ ਦੇ ਵਿੱਚ ਜਿਹੜੀਆਂ ਚੀਜ਼ਾਂ ਮਿਲਦੀਆਂ ਨੇ ਉਹਨਾਂ ਨੂੰ ਅਸੀਂ ਅਬੋਟਿਕ ਰਿਸੋਰਸ ਕਹਿੰਦੇ ਹੁੰਦੇ ਹਾਂ ਜਿਹਦੇ ਵਿੱਚ ਫਿਸ਼ਿਜ਼ ਆ ਜਾਂਦੀਆਂ ਨੇ ਹੋਰ ਕਈ ਚੀਜ਼ਾਂ ਆ ਜਾਂਦੀਆਂ ਨੇ। ਉਸ ਤੋਂ ਬਾਅਦ ਹੈ ਸਾਡੇ ਕੋਲ ਐਬੋਟਿਕ ਰਿਸੋਰਸ। ਇਹਦੇ ਬਾਰੇ ਪੜ੍ਹਿਆ ਸੀ। ਇਹ ਨੋਨ ਲਿਵਿੰਗ ਰਿਸੋਰਸਿਸ ਹੁੰਦੇ ਆ ਜੀ। ਇਹਨਾਂ ਦੀ ਐਗਜ਼ਾਮਪਲ ਹੈਗੀ ਆ ਰੌਕ ਐਂਡ ਮੈਟਲਸ। ਡਿਫਰੈਂਸ਼ੀਏਟ ਟੂ ਦੀਆਂ ਕਰੰਟ ਫੈਲੋਜ਼ ਐਂਡ ਅਦਰ ਦੈਨ ਟੂ ਦੀਆਂ ਕਰੰਟ ਫੈਲੋਜ਼ ਲੈਂਡਸ। ਡਿਫਰੈਂਸ਼ੀਏਟ ਕਰਨਾ ਕਰੰਟ ਅਤੇ ਅਦਰ ਕਰੰਟ ਫੈਲੋ ਲੈਂਡਸ ਦੇ ਵਿੱਚ। The current fallow lands, this types of the land is left without to the cultivation for the 1 and less than to the 1 agriculture year। ਕਹਿੰਦੇ ਉਹ ਲੈਂਡਸ ਹੁੰਦੀਆਂ ਨੇ ਜਿਨ੍ਹਾਂ ਨੂੰ ਕਲਟੀਵੇਟ ਨਹੀਂ ਕੀਤਾ ਜਾਂਦਾ ਕਿ ਖੇਤੀ ਕਰਨ ਲਈ ਇੱਕ ਜਾਂ ਇੱਕ ਤੋਂ ਘੱਟ ਸਾਲ ਲਈ ਇਹਨੂੰ ਛੱਡ ਦਿੱਤਾ ਜਾਂਦਾ। other cultivated lands other current fallow lands, these types of the land left to the uncultivated for to the past 1 and 5 cultural years। ਇੱਕ ਜਾਂ 5 ਸਾਲ ਤੱਕ ਉਹਨਾਂ ਨੂੰ ਬਿਨਾਂ ਖੇਤੀ ਕੀਤੇ ਐਵੇਂ ਛੱਡ ਦਿੱਤਾ ਜਾਂਦਾ ਹੈ। What do you mean by the disaster management? Disaster management ਕੀ ਹੁੰਦੀ ਹੈ? Disaster management is the organization's planning or application of to the measuring to the preparing response to and also to the recovering from the disasters। disaster management ਕੀ ਹੁੰਦੀ ਹੈ? ਇੱਕ ਆਰਗੇਨਾਈਜੇਸ਼ਨ ਜਾਂ ਇੱਕ ਪਲਾਨਸ ਆ ਜਿਹਦੇ ਵਿੱਚ ਅਸੀਂ ਪ੍ਰਪੇਅਰ ਕਰਦੇ ਹਾਂ ਵੀ ਜੇਕਰ ਅਰਥਕੁਇਕ ਜਾਂ ਕੋਈ ਇੱਦਾਂ ਦੀ ਡਿਜ਼ਾਸਟਰ ਆਉਂਦੀ ਆ ਉਹ ਤੋਂ ਕਿਵੇਂ ਨਿਪਟਿਆ ਜਾਵੇ ਅਤੇ ਉਸ ਨੂੰ ਕਿਵੇਂ ਰਿਕਵਰ ਕੀਤਾ ਜਾਵੇ। ਡਿਸਕ੍ਰਾਈਬ ਦੀ ਸੋਇਲ ਇਰੋਸ਼ਨ ਗਿਵਸ ਦੀ ਐਗਜ਼ਾਮਪਲ ਟੂ। ਵੀ ਸੋਇਲ ਇਰੋਸ਼ਨ ਕੀ ਹੁੰਦੀ ਆ ਅਤੇ ਤੁਸੀਂ ਉਹਦੀ ਐਗਜ਼ਾਮਪਲ ਦੇਣੀਆਂ ਨੇ। ਦੇਖੋ ਇਟ ਇਜ਼ ਦੀ ਡਿਸਟਰਕਸ਼ਨ ਐਂਡ ਰਿਮੂਵਲ ਆਫ ਦੀ ਟੋਪ ਸੋਇਲ ਬਾਏ ਦੀ ਰਨਿੰਗ ਵਾਟਰ ਐਂਡ ਵਿੰਡਸ। ਕਹਿੰਦੇ ਜੀ ਜਿਹੜਾ ਮਿੱਟੀ ਦੀ ਉੱਪਰਲੀ ਪਰਤ ਹੁੰਦੀ ਆ ਉਹਨੂੰ ਤਬਾਹ ਕਰ ਦੇਣਾ ਜਾਂ ਉਹਨੂੰ ਰਿਮੂਵ ਕਰ ਦੇਣਾ ਰਨਿੰਗ ਵਾਟਰ ਦੁਆਰਾ ਜਾਂ ਹਵਾ ਦੁਆਰਾ, ਉਹਨੂੰ ਸੋਇਲ ਇਰੋਸ਼ਨ ਕਿਹਾ ਜਾਂਦਾ। ਸੋਇਲ ਇਰੋਸ਼ਨ ਬਿਕੇਮਸ ਟੂ ਦੀ ਸੀਰੀਅਸ ਪ੍ਰੋਬਲਮ ਇਨ ਦੀ ਮੈਨੀ ਏਰੀਆ। ਬਹੁਤ ਸਾਰੇ ਏਰੀਆਜ਼ ਦੇ ਵਿੱਚ ਇਹ ਬਹੁਤ ਵੱਡੀ ਪ੍ਰੋਬਲਮ ਬਣ ਚੁੱਕੀ ਆ। ਫੋਰ ਐਗਜ਼ਾਮਪਲ ਦੀ ਵਾਟਰਫਾਲ ਮੇ ਬੀ ਫਾਰਮ ਵਿਦ ਦੀ ਰਨ ਅਪ ਟੂ ਦੀ picking up to their energy and is to their plagues over to their gulfish heads and
winds the carries the small pieces of rock away from to the mountains। ਤਾਂ ਇਹ ਕੁਛ ਕੁ ਐਗਜ਼ਾਮਪਲਸ ਜਿਹੜੀਆਂ ਨੇ ਉਹ ਦੱਸੀਆਂ ਗਈਆਂ ਨੇ ਵਾਟਰਫਾਲਸ ਹੁੰਦੇ ਆ ਅਤੇ ਉਹ એનર્ਜੀ ਜਿਹੜੀਆਂ ਨੇ ਉਹ ਨਾਲ ਲੈ ਜਾਂਦੀਆਂ ਨੇ, ਜਾਂ ਹਨੇਰੀ ਚੱਲਦੀ ਹੈ, ਮਿੱਟੀ ਚੱਲਦੀ ਹੈ ਤਾਂ ਉਹ ਛੋਟੀ ਛੋਟੀ ਰੌਕਸ ਦੇ ਉੱਤੋਂ ਮਿੱਟੀ ਜਿਹੜੀ ਉਹ ਚੱਕ ਕੇ ਲੈ ਜਾਂਦੀ ਹੈ। ਰਾਈਟ ਦੀਆਂ ਨੋਟ, ਅਸੀਂ ਥੱਲੇ ਵਾਲੇ ਨੋਟਸ ਦੇਣੇ ਆ ਜੀ। ਜ਼ੋਨਲ ਐਂਡ ਅਜ਼ੋਨਲ ਸੋਇਲਸ, constitutions of the soil, resources, economic importance of the soil, soil erosions and conservation। ਇਹ ਕੁਛ ਕੁ points ਜਿਹੜੇ ਨੇ ਅਸੀਂ explain ਕਰਨੇ ਆ। ਦੇਖੋ ਜੀ, first point ਹੈ zonal soils। These are to the fully matured soil, these have to the developing under to the condition of the good soil drainage ਓਵਰ ਦੀ ਆ ਲੌਂਗ ਪੀਰੀਅਡ ਆਫ ਟਾਈਮ। ਕਹਿੰਦੇ ਇਹ ਇੱਕ ਫੁੱਲ ਮੈਚੋਰ ਸੋਇਲ ਹੁੰਦੀ ਹੈ ਜਿਹੜੀ ਕਿ ਕਾਫੀ ਡਿਵੈਲਪ ਕੀਤੀ ਜਾਂਦੀ ਹੈ, ਇੱਕ ਗੁੱਡ ਕੰਡੀਸ਼ਨਸ ਡਰੇਨੇਜ ਦੇ ਵਿੱਚੋਂ ਲੰਘਦੀ ਹੈ ਅਤੇ ਕਾਫੀ ਲੰਬੇ ਸਮੇਂ ਬਾਅਦ ਬਣਦੀ ਹੈ। ਅਜ਼ੋਨਲ ਸੋਇਲ, ਦੀਜ਼ ਸੋਇਲਸ ਆਰ ਡੂ ਨਾਟ ਹੈਵ ਟੂ ਦੀ ਆ ਵੈਲ ਡਿਵੈਲਪਡ ਸੋਇਲ horizons, but there is the uniformities in the soil from the top to bottom। ਕਹਿੰਦੇ ਜਿਹੜੀਆਂ ਸੋਇਲਸ ਹੁੰਦੀਆਂ ਨੇ ਕੋਈ ਵੈਲ ਡਿਵੈਲਪਡ ਸੋਇਲਸ ਨਹੀਂ ਹੁੰਦੀਆਂ, ਬਟ ਫਿਰ ਵੀ ਇਹਨਾਂ ਵਿੱਚ ਯੂਨੀਫਾਰਮਡ ਹੁੰਦੀ ਹੈ ਟੌਪ ਤੋਂ ਬਾਟਮ ਤੱਕ। Constitutions of the soil, soil is consist to the organic constituents, these are to the partially decayed and decomposed matter of to the plants and animals। Inorganic constituents, these are minerals are to the parent rocks and living organism of the microorganism living in the soil and air it's trapped to the between to the different components and constitution of soil। soil ਕਿਵੇਂ ਬਣਦੀ ਹੈ? ਦੇਖੋ ਜੀ, soil ਜਿਹੜੀ ਹੈ ਕੁਛ organic constituents ਹੁੰਦੇ ਆ, ਜਿਵੇਂ ਕਿ ਕੁਛ ਕੁ ਪਾਰਟੀਕਲਸ ਹੁੰਦੇ ਆ, ਡੀਕੰਪੋਜ਼ ਹੋ ਜਾਣਾ ਪਲਾਂਟਸ ਜਾਂ ਐਨੀਮਲਸ ਦਾ। ਇਨਆਰਗੈਨਿਕ ਕੰਟੀਨੈਂਟਸ ਹੁੰਦੇ ਆ ਜਿਹੜੇ ਮਿਨਰਲਸ ਜਿਹੜੇ ਕਿ ਪੇਰੈਂਟ ਰੌਕ ਤੋਂ ਮਿਲਦੇ ਆ। ਲਿਵਿੰਗ ਆਰਗੈਨਿਜ਼ਮ ਜਿਵੇਂ ਮਾਈਕਰੋ ਆਰਗੈਨਿਜ਼ਮ ਸੋਇਲ ਦੇ ਵਿੱਚ ਰਹਿੰਦੇ ਹੁੰਦੇ ਆ, ਜਾਂ ਹਵਾ ਜਿਹੜੀ ਆ, ਇਹ ਸਾਰੀਆਂ ਚੀਜ਼ਾਂ ਨਾਲ ਮਿਲ ਕੇ ਜਿਹੜੀ ਇੱਕ ਮਿੱਟੀ ਤਿਆਰ ਹੋ ਜਾਂਦੀ ਹੈ। ਰਿਸੋਰਸ ਕੀ ਹੁੰਦੇ? all are useful or elements of the environment such as to the satisfy the needs of to ਨੀਡਸ ਆਰ ਕਾਲਡ ਰਿਸੋਰਸਿਸ। ਕਹਿੰਦੇ ਉਹ ਯੂਜ਼ਫੁਲ ਚੀਜ਼ਾਂ ਜਿਹੜੀਆਂ ਇਨਵਾਇਰਮੈਂਟ ਦੇ ਵਿੱਚ ਨੇ, ਜਿਹੜੀਆਂ ਕਿ ਬੰਦੇ ਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰ ਦਿੰਦੀਆਂ ਨੇ, ਉਹਨੂੰ ਅਸੀਂ ਸਾਧਨ ਕਹਿ ਦਿੰਦੇ ਹਾਂ ਜਾਂ ਰਿਸੋਰਸ ਕਹਿ ਦਿੰਦੇ ਹਾਂ। ਦੀ ਇਕਨੋਮਿਕ ਇੰਪੋਰਟੈਂਸ ਆਫ ਦੀ ਸੋਇਲ, ਸੋਇਲ ਦੀ ਇਕਨੋਮਿਕ ਇੰਪੋਰਟੈਂਸ ਕੀ ਆ? ਦੇਖੋ ਜੀ ਕੀ ਆ। ਫॉर ਦੀ ਗਰੋਇੰਗ ਐਂਡ ਡਿਵੈਲਪਮੈਂਟ ਆਫ ਟੂ ਦੀ ਆਲ ਕਾइंड्स ਆਫ ਦੀ ਕ੍ਰॉप्स ਪਲਾਂਟਸ ਸੋਇਲਸ ਸਰਵਡ ਐਜ਼ ਟੂ ਦੀ ਪੋਟੈਂਸ਼ੀਅਲ ਇਨਵਾਇਰਮੈਂਟ। ਕਹਿੰਦੇ ਇੱਕ ਗਰੋਥ ਅਤੇ ਵਿਕਾਸ ਦੇ ਲਈ, ਜਿਹੜੀ ਕਿ ਫਸਲਾਂ ਦਾ ਵਿਕਾਸ ਅਤੇ ਉਹਦਾ ਪਲਾਂਟਸ ਨੂੰ ਵਿਕਾਸ ਕਰਨਾ ਵਾ, ਉਹਦੇ ਲਈ ਇੱਕ ਪੋਟੈਂਸ਼ੀਅਲ ਇਨਵਾਇਰਮੈਂਟ ਬਣਾਉਣ ਦੇ ਲਈ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ। farming and agro based industries are the probably to the most relevant upon to the soil and especially to the respect of to the crop production। ਕਹਿੰਦੇ ਕੁਛ ਕੁ ਫਾਰਮ ਅਤੇ ਐਗਰੋ ਇੰਡਸਟਰੀਜ਼ ਨੇ ਜਿਹੜੀਆਂ ਕਿ ਟੋਟਲੀ ਡਿਪੈਂਡੈਂਟ ਨੇ ਐਗਰੀਕਲਚਰ ਦੇ ਉੱਤੇ, ਕਿਉਂਕਿ ਕੁਛ ਕੁ ਸਪੈਸੀਫਿਕ ਜਿਹੜੀਆਂ ਕ੍ਰੌਪਸ ਨੇ ਉੱਥੋਂ ਹੀ ਮਿਲਦੀਆਂ ਨੇ। ਦੀ soil provide the good conditions for roots of germinations and growths। it is the basis of all production system in agriculture, forestry and fisheries। ਕਹਿੰਦੇ ਸੋਇਲ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਹਦੀਆਂ ਰੂਟਸ ਜਿਹੜੀਆਂ ਇਹਦੇ ਵਿੱਚ ਬਣਦੀਆਂ ਨੇ, ਗਰੋ ਕਰਦੀਆਂ ਨੇ, ਉਹ ਸਾਰੀਆਂ ਚੀਜ਼ਾਂ ਇਹ ਸਿਰਫ ਐਗਰੀਕਲਚਰ ਸਿਸਟਮ ਦੇ ਲਈ ਨਹੀਂ, ਫੋਰੈਸਟਰੀ ਅਤੇ ਫਿਸ਼ਰੀ ਲਈ ਵੀ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਨੈਕਸਟ ਹੈ ਦੀ ਸੋਇਲ ਰੀਸ਼ਨਸ ਅਤੇ ਕੰਜ਼ਰਵੇਸ਼ਨ। ਵੀ ਭੂ-ਖੁਰ ਕੀ ਹੁੰਦਾ ਵਾ ਅਤੇ ਉਹਨੂੰ ਕਿਵੇਂ ਬਚਾਇਆ ਜਾ ਸਕਦਾ। ਇਟ ਇਜ਼ ਦੀ ਡਿਸਟਰਕਸ਼ਨ ਐਂਡ ਰਿਮੂਵਲ ਆਫ ਦੀ ਟੋਪ soil of the running water and winds and soil erosions becomes to the serious problem in the many areas। ਕਹਿੰਦੇ ਜੀ ਮਿੱਟੀ ਦਾ ਖੁਰਨਾ ਅਤੇ ਉਹਨੂੰ ਰਿਮੂਵ ਹੋ ਜਾਣਾ ਉੱਪਰਲੀ ਪਰਤ ਦਾ ਮੀਂਹ ਜਾਂ ਹਵਾ ਦੇ ਕਾਰਨ, ਅਤੇ ਤੁਸੀਂ ਇਹ ਸਭ ਤੋਂ ਵੱਡੀ ਪ੍ਰੋਬਲਮ ਬਣ ਚੁੱਕੀ ਆ ਬਹੁਤ ਸਾਰੇ ਏਰੀਆਜ਼ ਦੇ ਵਿੱਚ। ਦੇਖੋ ਸੋਇਲ ਕੰਜ਼ਰਵੇਸ਼ਨ ਕਿਵੇਂ ਕੀਤੀ ਜਾਂਦੀ ਆ। ਇਟ ਇਜ਼ ਟੂ ਦੀ ਪ੍ਰੀਵੈਂਸ਼ਨਸ ਆਫ ਦੀ ਲੋਸ ਆਫ ਦੀ ਟੋਪ ਆਫ most layer of the soil from the erosions and preventions to the reduction of the fertility caused by the unusual ਐਸੀਡਿਕੇਸ਼ਨਸ ਐਕਸੈਕਟਰਾ। ਕਹਿੰਦੇ ਵੀ ਇਹਨਾਂ ਤੋਂ ਸਾਨੂੰ ਬਚਾਉਣਾ ਪੈਣਾ ਵਾ, ਕਿਉਂਕਿ ਜਿਹੜੀ ਟੌਪ ਲੇਅਰ ਹੁੰਦੀ ਆ ਅਰਥ ਦੀ, ਉਹ ਰੇਸ਼ਨਸ ਦੇ ਨਾਲ ਜਾਂ ਹੋਰ ਕਈ ਚੀਜ਼ਾਂ ਕਾਰਨ ਉਹਦੀ ਆਪਣੀ ਫਰਟੀਲਿਟੀ ਖੋ ਜਾਂਦੀ ਆ, ਤਾਂ ਇਸ ਚੀਜ਼ ਨੂੰ ਬਚਾਉਣਾ ਪੈਣਾ ਹੈ। ਉਸ ਤੋਂ ਬਾਅਦ ਹੈਗਾ ਸਾਡੇ ਕੋਲ ਲੌਂਗ ਕੁਐਸਚਨ ਆਨਸਰ। ਦੇਖੋ ਜੀ, ਐਕਸਪਲੇਨ ਦੀ ਲੈਂਡ ਯੂਜ਼ ਪੈਟਰਨ ਇਨ ਇੰਡੀਆ ਐਂਡ ਵਾਈ ਹੈਜ਼ ਟੂ ਦੀ ਲੈਂਡ ਅੰਡਰ ਟੂ ਦੀ ਫੋਰੈਸਟਰੀ ਨਾਟ ਇਨਕਰੀਜ਼ ਮਚ ਸਿੰਸ 1960 ਐਂਡ 61। ਕਹਿੰਦੇ ਜੀ ਲੈਂਡ ਪੈਟਰਨ ਕਿੱਦਾਂ ਦਾ ਸੀ ਇੰਡੀਆ ਦੇ ਵਿੱਚ, ਅਤੇ ਹੁਣ ਜਿਹੜੀ ਲੈਂਡ ਆ ਉਹਦੇ ਵਿੱਚ ਜਿਹੜਾ ਫੋਰੈਸਟ ਅੰਡਰ ਸੀਗਾ, ਹੁਣ ਉਹ ਇਨਕਰੀਜ਼ ਨਹੀਂ ਹੋ ਰਿਹਾ 1960-61 ਦੇ ਅਕੋਰਡਿੰਗ। ਆਨਸਰ ਹੈ ਦੀ ਫੋਰੈਸਟ ਏਰੀਆ, ਦੀ ਲੈਂਡ ਅੰਡਰ ਟੂ ਦੀ ਫੋਰੈਸਟ ਹੈਜ਼ ਨਾਟ ਟੂ ਬੀ ਇਨਕਰੀਜ਼ਡ ਮਚ ਫਰੋਮ ਟੂ ਦੀ 90 ਐਂਡ 60s। ਦਿਸ ਇਜ਼ ਡਿਊ ਟੂ ਦੀ ਰੈਕਲੈਸ ਆਫ ਟੂ ਦੀ deforestation due to the increase in population the forest has to be clean for the cultivation। ਕਹਿੰਦੇ ਜੀ ਲੈਂਡ ਜਿਹੜੀ ਸੀ ਪਹਿਲਾਂ ਫੋਰੈਸਟ ਦੇ ਅੰਡਰ ਜਿਹੜੀ ਸੀਗੀ, ਉਹ ਹੁਣ ਇੰਨੀ ਜ਼ਿਆਦਾ ਇਨਕਰੀਜ਼ ਨਹੀਂ ਹੋ ਰਹੀ 1960-61 ਤੋਂ ਬਾਅਦ, ਕਿਉਂਕਿ ਇਹਦਾ ਮੇਨ ਰੀਜ਼ਨ ਆ ਵੀ ਉਹਨੂੰ ਡੀਫੋਰੈਸਟ੍ਰੇਸ਼ਨ ਕੀਤੀ ਜਾ ਰਹੀ ਆ,
ਪੋਪੂਲੇਸ਼ਨ ਵਧਣ ਦੇ ਕਾਰਨ ਜਿਹੜੇ ਲੋਕ ਸੀਗੇ ਉਹ ਫੋਰੈਸਟ ਨੂੰ ਖਤਮ ਕਰਦੇ ਜਾ ਰਹੇ ਨੇ ਅਤੇ ਉਹਨੂੰ ਕਲਟੀਵੇਸ਼ਨ ਲਈ ਯੂਜ਼ ਕਰਦੇ ਆ। ਲੈਂਡ ਯੂਜ਼ ਪੈਟਰਨ ਇੰਡੀਆ ਵਿੱਚ ਕਿਵੇਂ ਯੂਜ਼ ਕੀਤਾ ਜਾਂਦਾ, ਫੋਰੈਸਟ ਨੇ ਲੈਂਡ ਇਜ਼ ਨਾਟ ਅਵੇਲੇਬਲ ਫॉर ਕਲਟੀਵੇਸ਼ਨ ਟੂ ਦੀਆਂ ਵੈਰਨਲ ਲੈਂਡਸ ਵੇਸਟਲੈਂਡ ਐਂਡ ਦੀਆਂ ਲੈਂਡ ਪੁੱਟ ਟੂ ਦੀਆਂ ਅਨਐਗਰੀਕਲਚਰ ਯੂਜ਼। ਕੁਛ ਅਜਿਹੀਆਂ ਲੈਂਡਸ ਵੀ ਨੇ ਜਿਨ੍ਹਾਂ ਨੂੰ ਕਲਟੀਵੇਟ ਨਹੀਂ ਕੀਤਾ ਜਾਂਦਾ, ਵੇਸਟਲੈਂਡ ਹੁੰਦੀਆਂ ਨੇ ਅਤੇ ਜਿਨ੍ਹਾਂ ਵਿੱਚ ਐਗਰੀਕਲਚਰ ਹੋ ਹੀ ਨਹੀਂ ਸਕਦੀ। ਅਦਰ ਅਨਕਲਟੀਵੇਟਡ ਲੈਂਡਸ ਵੀ ਨੇ ਜਿਵੇਂ ਪਰਮਾਨੈਂਟ ਪੋਸਚਰਸ ਐਂਡ ਗਰੀਜ਼ਿੰਗ ਲੈਂਡਸ, ਏਰੀਆ ਅੰਡਰ ਦੀਆਂ ਟਰੀ ਐਂਡ ਕ੍ਰੋਪਸ ਗਰੋਵਸ। ਕਲਟੀਵੇਟਡ ਵੇਸਟ ਲੈਂਡਸ ਕੁਛ ਅਜਿਹੀਆਂ ਵੀ ਲੈਂਡਸ ਨੇ ਜਿਨ੍ਹਾਂ ਦੇ ਉੱਤੇ ਫਿਰ ਵੀ ਐਗਰੀਕਲਚਰ ਨਹੀਂ ਹੋ ਸਕਦੀ। ਫੈਲੋ ਲੈਂਡਸ ਨੇ, ਕਰੰਟ ਫੈਲੋ ਲੈਂਡਸ ਨੇ, ਅਦਰ ਕਰੰਟ ਫੈਲੋ ਲੈਂਡਸ ਨੇ ਅਤੇ ਨੈਟ ਸਨੋਰ ਏਰੀਆਜ਼ ਨੇ। ਕੁਛ ਕੁ ਏਰੀਆਜ਼ ਨੇ ਜਿਨ੍ਹਾਂ ਵਿੱਚ ਐਗਰੀਕਲਚਰ ਜਾਂ ਫੋਰੈਸਟ ਜਾਂ ਕੋਈ ਵੀ ਚੀਜ਼ ਐਕਟੀਵਿਟੀ ਨਹੀਂ ਕੀਤੀ ਜਾ ਸਕਦੀ। ਹਾਊ ਹੈਜ਼ ਦੀ ਟੈਕਨੀਕਲ ਐਂਡ ਇਕਨੋਮਿਕ ਡਿਵੈਲਪਮੈਂਟ ਲੀਡਸ ਟੂ ਦੀ ਮੋਰ ਕੰਜ਼ੰਪਸ਼ਨ ਆਫ ਦੀ ਰਿਸੋਰਸ। ਵੀ ਜਿਵੇਂ ਜਿਵੇਂ ਟੈਕਨੋਲੋਜੀ ਇੰਪਰੂਵਮੈਂਟ ਹੋ ਰਹੀ ਆ, ਸਾਡੀ ਆਰਥਿਕ ਵਿਕਸਿਤ ਹੋ ਰਹੇ ਹਾਂ ਅਸੀਂ, ਤਾਂ ਇਹਦੇ ਨਾਲ ਸਾਡੀ ਜਿਹੜੀ ਕੰਜ਼ੰਪਸ਼ਨ ਆ ਉਹ ਰਿਸੋਰਸਿਸ ਦੀ ਹੋਰ ਵੀ ਵੱਧਦੀ ਜਾ ਰਹੀ ਹੈ। ਇਹਦਾ ਕੀ ਕਾਰਨ ਹੋ ਸਕਦਾ ਜੀ ਅਤੇ ਕਿਵੇਂ ਵਧਿਆ ਵਾ, ਇਹ ਦੱਸਣਾ ਬਾਈ। ਦੀਆਂ ਰਿਸੋਰਸਿਸ ਯੂਜ਼ ਟੂ ਦੀ ਅਵੇਲੇਬਲ ਫॉर ਦੀਆਂ ਡਿਵੈਲਪਮੈਂਟ ਐਂਡ ਡਿਊ ਟੂ ਦੀ ਐਬਸੈਂਸ ਆਫ ਦੀਆਂ ਟੈਕਨੋਲੋਜੀ ਮੈਨੀ ਰਿਸੋਰਸਿਸ ਰੀਜ਼ਨਸ ਰਿਮੇਨ ਬੈਕਵਰਡ। ਕਹਿੰਦੇ ਰਿਸੋਰਸ ਜਿਹੜੇ ਨੇ ਸਾਡੇ ਕੋਲ ਅਵੇਲੇਬਲ ਹੋ ਰਹੇ ਨੇ ਜਿਹੜੇ ਸਾਨੂੰ ਡਿਵੈਲਪ ਕਰਨ ਦੇ ਲਈ ਨੇ, ਡਿਊ ਟੂ ਦੀ ਟੈਕਨੋਲੋਜੀ ਐਬਸੈਂਸ ਦੇ ਕਾਰਨ ਇਹ ਰਿਸੋਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਪਿੱਛੇ ਜਾ ਰਹੇ ਨੇ। ਰੀਜ਼ਨ ਆਈ technology used to exploit the resource in India, the consumption of resource increased due to the use of technology and quality of the human resource। ਕਹਿੰਦੇ ਜੀ ਟੈਕਨੋਲੋਜੀ ਜਿਹੜੀ ਆ ਉਹ ਬਹੁਤ ਜ਼ਿਆਦਾ ਐਕਸਪਲੋਇਟ ਕਰ ਰਹੀ ਹੈ ਇੰਡੀਆ ਦੇ ਵਿੱਚ ਰਿਸੋਰਸਾਂ ਨੂੰ। ਕੰਜ਼ੰਪਸ਼ਨ ਜਿਹੜੀ ਆ ਉਹ ਲੋਕਾਂ ਦੀ ਵੱਧਦੀ ਜਾ ਰਹੀ ਹੈ ਕਿਉਂਕਿ ਉਹ ਟੈਕਨੋਲੋਜੀ ਨੂੰ ਯੂਜ਼ ਕਰਦੇ ਆ ਅਤੇ ਆਪਣੀ ਹਿਊਮਨ ਰਿਸੋਰਸ ਨੂੰ ਬੈਟਰ ਬਣਾਉਣ ਦੇ ਲਈ ਇਹ ਚੀਜ਼ਾਂ ਨੂੰ ਯੂਜ਼ ਕਰ ਰਹੇ ਆ। ਵਿਦ ਦੀ ਯੂਜ਼ ਆਫ ਟੈਕਨੋਲੋਜੀ ਹਿਊਮਨ ਇੰਟਰੈਕਟ ਵਿਦ ਦੀ ਨੇਚਰ ਐਂਡ ਕ੍ਰੀਏਟਸ ਦੀ ਇੰਸਟੀਟਿਊਟ ਟੂ ਇਨਕਰੀਜ਼ ਦੀ ਕੰਜ਼ੰਪਸ਼ਨ ਆਫ ਰਿਸੋਰਸਿਸ ਟੂ ਇਨਕਰੀਜ਼ ਦੀ ਇਕਨੋਮਿਕ ਡਿਵੈਲਪਮੈਂਟ। ਉਹ ਕੀ ਹੈ, ਟੈਕਨੋਲੋਜੀ ਦਾ ਯੂਜ਼ ਕਰਕੇ ਬੰਦਾ ਜਿਹੜਾ ਵਾ ਉਹ ਬਹੁਤ ਜ਼ਿਆਦਾ ਇੰਟਰੈਕਟ ਕਰ ਰਿਹਾ ਵਾ ਨੇਚਰ ਦੇ ਨਾਲ ਅਤੇ ਆਪਣੇ ਇੰਸਟੀਟਿਊਟ ਕ੍ਰੀਏਟ ਕਰ ਰਿਹਾ ਵਾ ਅਤੇ ਆਪਣੀ ਕੰਜ਼ੰਪਸ਼ਨ ਨੂੰ ਵਧਾ ਰਿਹਾ ਵਾ, ਜਿਹਦੇ ਨਾਲ ਰਿਸੋਰਸ ਦੀ ਕੰਜ਼ੰਪਸ਼ਨ ਵੀ ਵੱਧ ਰਹੀ ਆ ਅਤੇ ਇਕਨੋਮਿਕ ਡਿਵੈਲਪਮੈਂਟ ਵੀ ਹੋ ਰਹੀ ਆ। Human made resource like to the house, buildings, road, industries needs more to the consumption of resource। ਕਹਿੰਦੇ ਬੰਦੇ ਦੀਆਂ ਜਿਹੜੀਆਂ ਜ਼ਰੂਰਤਾਂ ਦੇ ਰਿਸੋਰਸ ਨੇ ਜਿਵੇਂ ਘਰ ਹੋ ਗਿਆ, ਬਿਲਡਿੰਗ ਹੋ ਗਈ, ਰੋਡ ਹੋ ਗਈਆਂ, ਇਹਨਾਂ ਇੰਡਸਟਰੀਆਂ ਨੂੰ ਬਹੁਤ ਜ਼ਿਆਦਾ ਕੰਜ਼ੰਪਸ਼ਨ ਚਾਹੀਦੀ ਆ ਰਿਸੋਰਸਾਂ। ਨੈਕਸਟ ਕੁਐਸਚਨ ਹੈ ਵਟ ਇਜ਼ ਦੀ ਗਲੋਬਲ ਵਾਰਮਿੰਗ। ਗਲੋਬਲ ਵਾਰਮਿੰਗ ਕੀ ਹੈ? ਗਲੋਬਲ ਵਾਰਮਿੰਗ ਦੀ ਬਰਨਿੰਗ ਆਫ ਟੂ ਦੀ ਫਲਿਸ਼ ਰਿਸੋਰਸ fuels, coal, gas, petroleum and cultivation of the soil, large scale of industrialization, rapid means of to the transportation and deforestation has to the cause to the imbalance in the atmosphere। ਕਹਿੰਦੇ ਬਹੁਤ ਸਾਰੇ ਕਾਰਨ ਨੇ ਜਿਵੇਂ ਕਿ ਸਾਡਾ ਕੋਲੇ ਦਾ ਜਲਾਉਣਾ, ਗੈਸ, ਪੈਟਰੋਲੀਅਮ ਜਾਂ ਕਲਟੀਵੇਸ਼ਨ ਜ਼ਿਆਦਾ ਕਰਨੀਆਂ, ਲਾਰਜ ਸਕੇਲ ਇੰਡਸਟਰੀਆਂ ਦਾ ਵਧਣਾ, ਟਰਾਂਸਪੋਰਟੇਸ਼ਨ ਦਾ ਜ਼ਿਆਦਾ ਵਧਣਾ, ਡੀਫੋਰੈਸਟ੍ਰੇਸ਼ਨ ਹੋਣੀ ਹੈ ਜਿਹਦੇ ਕਰਕੇ ਜਿਹੜੀ ਇਨਵਾਇਰਮੈਂਟ ਦੇ ਵਿੱਚ ਇੰਬੈਲੈਂਸ ਜਿਹੜੀ ਉਹ ਕ੍ਰੀਏਟ ਹੋ ਰਹੀ ਆ। ਥੀਸ ਐਕਟੀਵਿਟੀਜ਼ ਆਰ ਦੀ ਇਨਕਰੀਜ਼ਿੰਗ ਦੀ ਅਮਾਊਂਟ ਆਫ ਕਾਰਬਨ ਡਾਈਆਕਸਾਈਡ। ਇਹ ਐਕਟੀਵਿਟੀ ਜਿਹੜੀਆਂ ਨੇ ਕਾਰਬਨ ਡਾਈਆਕਸਾਈਡ ਦੀ ਅਮਾਊਂਟ ਨੂੰ ਵਧਾ ਰਹੀਆਂ ਨੇ। So thus to the greenhouse effects has rise to the average temperature of the earth by 0.5 degrees by the year of 2000 the earth was average temperature went up to the 2 degrees Celsius। This is called to the global warming। The global warming is the cause to the rise the sea level due to the melting of glaciers। It's is the threatening to the submerging many ਕੋਸਟਲ ਏਰੀਆਜ਼। ਕਹਿੰਦੇ ਵੀ ਜਿਹੜਾ ਗ੍ਰੀਨ ਹਾਊਸ ਇਫੈਕਟ ਆ ਉਹ ਹੌਲੀ ਹੌਲੀ ਜਿਹੜਾ ਟੈਂਪਰੇਚਰ ਆ ਉਹ ਵੱਧਦਾ ਜਾ ਰਿਹਾ, ਜਿਵੇਂ 0.5 ਡਿਗਰੀ ਸੈਲਸੀਅਸ ਵੱਧ ਰਿਹਾ ਵਾ। ਅਤੇ ਜਦੋਂ ਅਸੀਂ 2000 ਤੋਂ ਦੇਖੀਏ ਤਾਂ ਐਵਰੇਜ ਟੈਂਪਰੇਚਰ ਜਿਹੜਾ ਇਨਕਰੀਜ਼ ਹੋ ਰਿਹਾ ਉਹ 2 ਡਿਗਰੀ ਸੈਲਸੀਅਸ ਹੋ ਰਿਹਾ, ਜਿਹਨੂੰ ਅਸੀਂ ਗਲੋਬਲ ਵਾਰਮਿੰਗ ਕਹਿ ਦਿੰਦੇ ਹਾਂ। ਇਹਦੇ ਨਾਲ ਕੀ ਆ, ਸੀ ਲੈਵਲ ਜਿਹੜਾ ਉਹ ਜ਼ਿਆਦਾ ਵੱਧ ਰਿਹਾ ਕਿਉਂਕਿ ਜਿਹੜੇ ਗਲੇਸ਼ੀਅਰਸ ਨੇ ਉਹ ਮੈਲਟ ਹੋ ਰਹੇ ਨੇ ਅਤੇ ਉਹ ਪਾਣੀ ਦਾ ਰੂਪ ਧਾਰ ਰਹੇ ਨੇ, ਜਿਹਦੇ ਕਰਕੇ ਉਹ ਕੋਸਟਲ ਏਰੀਆਜ਼ ਜਿਹੜਾ ਵਾ ਯਾਨੀ ਕਿ ਸਮੁੰਦਰੀ ਏਰੀਆ ਜਿਹੜਾ ਵਾ ਉਹ ਵੱਧਦਾ ਜਾ ਰਿਹਾ ਵਾ। ਹਾਊ ਟੂ ਦੀ ਕਲਾਈਮੇਟ ਚੇਂਜ ਸ਼ੈਲ ਟੂ ਦੀ ਇੰਪੈਕਟ ਟੂ ਦੀ ਰੈਫਿਊਜੀਜ਼। ਕਲਾਈਮੇਟ ਐਕਸਚੇਂਜ ਨੇ ਜਿਹੜਾ ਰੈਫਿਊਜੀਜ਼ ਦੇ ਉੱਤੇ ਕੀ ਇੰਪੈਕਟ ਪਾਇਆ। ਰੈਫਿਊਜੀਜ਼ ਆਰ ਦੋਜ਼ ਪੀਪਲਜ਼ ਹੂ ਮਸਟ ਵੀ ਲੀਵ ਦੇਅਰ ਹੋਮਸ ਐਂਡ ਦੀਆਂ ਕਮਿਊਨਿਟੀਜ਼ ਬਿਕੋਜ਼ ਆਫ ਦੀ ਇਫੈਕਟ ਆਫ ਦੀ ਕਲਾਈਮੇਟ ਚੇਂਜ ਐਂਡ ਗਲੋਬਲ ਵਾਰਮਿੰਗ। ਕਹਿੰਦੇ ਰਿਫਿਊਜੀ ਉਹ ਪਰਸਨ ਹੁੰਦੇ ਜਿਹੜੇ ਕਿ ਆਪਣਾ ਘਰ ਛੱਡ ਚੁੱਕੇ ਆ ਜਾਂ ਕਮਿਊਨਿਟੀ ਨੂੰ ਛੱਡ ਚੁੱਕੇ ਆ ਕਿਉਂਕਿ ਉੱਥੇ ਕਲਾਈਮੇਟਸ ਦਾ ਚੇਂਜ ਹੋਣ ਕਾਰਨ ਜਾਂ ਫਿਰ ਗਲੋਬਲ ਵਾਰਮਿੰਗ ਕਾਰਨ। ਰਿਫਿਊਜੀਜ਼ ਇਨਕਲੂਡਿੰਗ ਟੂ ਦੀਆਂ ਮਾਈਗ੍ਰੇਂਟਸ forces to leave their house because the natural disasters such as to the volcanoes and tsunamis। According to the estimation of the International Red Cross there are to the more environmental refugees than to the political from to the wars and other conflicts। ਕਹਿੰਦੇ ਵੀ ਜਿਹੜਾ ਇਹ ਲੋਕ ਜਿਹੜੇ ਨੇ ਰਿਫਿਊਜੀਜ਼ ਜਿਹੜੇ ਨੇ ਕਈ ਬੰਦੇ ਆਪਣਾ ਘਰ ਤਾਂ ਵੀ ਛੱਡ ਜਾਂਦੇ ਕਿਉਂਕਿ ਨੈਚੁਰਲ ਡਿਜ਼ਾਸਟਰ ਆ ਜਾਂਦੀਆਂ ਜਿਵੇਂ ਵੋਲਕੈਨੋ ਫਟਣਾ, ਸੁਨਾਮੀ ਆਉਣਾ। ਅਤੇ ਇਹਦਾ ਐਸਟੀਮੇਸ਼ਨ ਲਗਾਇਆ ਗਿਆ ਇੰਟਰਨੈਸ਼ਨਲ ਰੈੱਡ ਕਰਾਸ ਦੁਆਰਾ ਵੀ ਜਿਹੜਾ ਇਨਵਾਇਰਮੈਂਟਲ ਰਿਫਿਊਜੀ ਨੇ ਉਹ ਜ਼ਿਆਦਾ ਵੱਧ ਰਹੇ ਨੇ, ਚਾਹੇ ਉਹ ਪੋਲੀਟੀਸ਼ੀਅਨ ਵਾਰ ਜਾਂ ਹੋਰ ਕਈ ਚੀਜ਼ ਕਾਰਨਾਂ ਤੋਂ ਜ਼ਿਆਦਾ ਜਿਹੜੇ ਨੇ ਉਹ ਇਨਵਾਇਰਮੈਂਟਲ ਇਸ਼ੂ ਵਾਲੇ ਜ਼ਿਆਦਾ ਰਿਫਿਊਜੀ ਨੇ।
Climate change is caused by there some natural events, for is there volcanic impacts and also human activities response for it। ਕਹਿੰਦੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਨਵਾਇਰਮੈਂਟਲ ਚੇਂਜ ਹੋਣਾ, ਇਨਵਾਇਰਮੈਂਟਲ ਨੈਚੁਰਲ ਇਵੈਂਟਸ ਨੇ ਜਿਵੇਂ ਕਿ ਵੋਲਕੈਨੋਜ਼ ਜਾਂ ਹਿਊਮਨ ਐਕਟੀਵਿਟੀਜ਼ ਹੈ, ਜ਼ਿਆਦਾਤਰ ਇਹਦੇ ਲਈ ਰਿਸਪੌਂਸੀਬਲ ਨੇ। ਵਿਦ ਦੀ afforestation, industrialization and other human activities, temperatures increase with the leads to the global warming, cause to the glaciers and ice caps to the melt. This cause to the flooding and makes the sea level high due to the rise due to the temperature. Some of the places also experience to the tough conditions, so that's they are the need to the climate change। ਕਹਿੰਦੇ ਜਿਹੜੇ ਇਹ ਕਲਾਈਮੇਟ ਚੇਂਜ ਹੋ ਰਿਹਾ, ਗਲੋਬਲ ਵਾਰਮਿੰਗਸ ਜਿਹੜੀਆਂ ਨੇ ਉਹਦੇ ਕਰਕੇ ਜਿਹੜਾ ਗਲੇਸ਼ੀਅਰਸ ਆ ਜਾਂ ਆਈਸ ਕੈਪਸ ਨੇ ਉਹ ਮੈਲਟ ਹੋ ਰਹੀਆਂ ਨੇ, ਜਿਹਦੇ ਕਰਕੇ ਫਲੱਡਸ ਆ ਰਹੇ ਨੇ, ਸੀ ਲੈਵਲ ਇਨਕਰੀਜ਼ ਹੋ ਰਿਹਾ ਵਾ, ਟੈਂਪਰੇਚਰ ਜਿਹੜਾ ਕੁਛ ਕੁ ਏਰੀਆਜ਼ ਦੇ ਜਿਹੜੇ ਨੇ ਉਹ ਵਧਣ ਕਰਕੇ ਉੱਥੇ ਸੋਕਾ ਵੀ ਪੈ ਰਿਹਾ। ਸੋ ਦੀਸ ਡਿਊ ਟੂ ਦੀ ਕਲਾਈਮੇਟ ਚੇਂਜ, ਸਾਰਾ ਕੁਛ ਕਲਾਈਮੇਟ ਚੇਂਜ ਕਰਕੇ ਹੋ ਰਿਹਾ। After these kinds of to the disaster, people helpless move to the safer place। So the UNHCR says the 36 million pupils were to the displaced by to the natural disaster in 2009। ਕਹਿੰਦੇ ਵੀ ਜਿਹੜੀਆਂ ਡਿਜ਼ਾਸਟਰ ਚੇਂਜਸ ਕਰਕੇ ਜਿਹੜੀਆਂ ਨੇ ਬੰਦੇ ਜਿਹੜੇ ਨੇ ਉਹਨਾਂ ਨੂੰ ਮਜਬੂਰਨ ਆਪਣੀ ਜਗ੍ਹਾ ਨੂੰ ਛੱਡ ਕੇ ਕਿਸੇ ਇੱਕ ਸੇਫ ਪਲੇਸ 'ਤੇ ਜਾਣਾ ਪੈ ਰਿਹਾ ਵਾ। ਜਿਵੇਂ ਇੱਕ ਸਰਵੇ ਹੋਇਆ ਜਿਹਦੇ ਵਿੱਚ 36 ਮਿਲੀਅਨ ਪੀਪਲ ਜਿਹੜੇ ਨੇ ਉਹਨਾਂ ਨੇ ਆਪਣੀ ਜਗ੍ਹਾ ਚੇਂਜ ਕੀਤੀਆਂ ਕਿਉਂਕਿ ਨੈਚੁਰਲ ਡਿਜ਼ਾਸਟਰ ਕਰਕੇ 2009 ਦੇ ਵਿੱਚ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਸੈਸ਼ਨ ਜਿਹੜਾ ਵਾ ਬਹੁਤ ਪਸੰਦ ਆਇਆ ਹੋਊਗਾ। ਅਤੇ ਮੈਂ ਵੀ ਇਹ ਚੀਜ਼ ਦੱਸਣਾ ਚਾਹੂੰਗਾ ਵੀ ਹੁਣੀ ਰੀਸੈਂਟ ਜਿਹੜਾ CBSE ਦਾ ਰਿਜ਼ਲਟ ਆਇਆ ਅਤੇ ਮੇਰੇ ਬੱਚਿਆਂ ਨੇ ਕਾਫੀ ਜ਼ਿਆਦਾ ਵਧੀਆ ਪਰਫੋਰਮ ਕੀਤਾ ਵਾ ਕਮਰਸ ਬੈਕਗਰਾਊਂਡਸ ਦੇ ਵਿੱਚੋਂ ਅਤੇ ਆਰਟਸ ਬੈਕਗਰਾਊਂਡ ਦੇ ਵਿੱਚ। ਆਈ ਹੋਪ ਤੁਸੀਂ ਵੀ ਮੇਰੀ ਵੀਡੀਓਜ਼ ਤੋਂ ਕਾਫੀ ਕੁਝ ਸਿੱਖ ਕੇ ਤੁਸੀਂ ਅੱਗੇ ਤੱਕ ਵਧੋਗੇ ਅਤੇ ਆਪਣੀ ਨੌਲੇਜ ਨੂੰ ਇਨਹੈਂਸ ਕਰੋਗੇ। ਥੈਂਕ ਯੂ ਸੋ ਮਚ ਫॉर ਵਾਚਿੰਗ ਦਿਸ ਵੀਡੀਓਜ਼ ਐਂਡ ਲਿਸਨਿੰਗ ਮਾਈ ਵੀਡੀਓ। ਥੈਂਕ ਯੂ ਸੋ ਮਚ।